बिस्मिल्लाहिर्रहमानिर्रहीम अस्सलाम वालेकुम। एमडी न्यूज़ टीवी के साथ मैं हूं आपका होस्ट राना दिलशाद। तो शादी की रात दूल्हा दुल्हन को मार दिया गया। कुछ दिन पहले समिया की कब्र कशाई की गई। क्या रिपोर्ट सामने आई, क्या हकायक सामने आए, बात करते हैं समिया शहजादी की बहनों से। शहबाजी, ये जो कब्र में से मैसेज वाली बात है, इसमें क्या हकीकत? जो साडे नाल होया असी वो दसना है जी कि वैसे भाई साडी पहले कबर कशाई दी डेट सी 26 जी तरीक 26 ਤੁਹਾਨੂੰ तरीक ਵੀ जी ਪਤਾ जी ਹੈ। मैं भी गया सी उत्थे। ਹਾਂ ਤੇ ਇੱਕ ਦਿਨ ਪਹਿਲੇ ਮੈਨੂੰ ਮੈਸੇਜ ਆਂਦਾ ਪਿਆ ਹੈ ਰਾਤ ਨੂੰ ਸਮੀਆਂ ਬਹਿਨ ਦੇ ਨਾਮ ਤੋਂ ਮੈਂ ਤੁਹਾਡੇ ਨੰਬਰ ਫੋਨ ਤੇ ਸਮੀਆ ਦੇ ਨੰਬਰ ਤੋਂ ਆਇਆ। ਸਮੀਆਂ ਦਾ ਨੰਬਰ ਤੇ ਸਮੀਆਂ ਦੇ ਨੰਬਰ ਤੋਂ ਕਿ ਮੈਂ ਬੜਾ ਪਰੇਸ਼ਾਨ ਹੋ ਗਈ। ਮੈਨੂੰ ਤਾਂ ਸਮਝਣ ਲੱਗੇ ਮੈਂ ਕੀ ਕਰਾਂ। ਅਸੀਂ ਤਾਂ ਫਿਰ ਇਹ ਕਹਿਣਾ ਸਾਡੀ ਸਮੀਆਂ ਤਰਫ ਸਾਡੀ ਭੈਣ ਤਰਫੋਂ ਸਾਨੂੰ ਕੋਈ ਇਸ਼ਾਰਾ ਹੋਇਆ ਹੈ ਤੇ ਸਾਡੀ ਭੈਣ ਸਾਫ਼ ਮੰਗਦੀ ਹੈ। ਮੈਸੇਜ ਦੇ ਵਿੱਚ ਲਿਖਿਆ ਕੀ ਸੀ? ਲਿਖਿਆ ਸੀ हर हार के बाद एक जीत होती है। हर हार के बाद एक जीत होती जीत है। होती है। नाज़रीन, स्क्रीन पर समिया और शहजादी का मैसेज है जो उसके मरने के बाद आया, जिसको ये मौजज़ा भी समझते हैं। ਅਸੀਂ ਭੈਣਾਂ ਵੀ ਪਰੇਸ਼ਾਨ ਕਿਵੇਂ ਆਇਆ ਹੈ। ਅਗਲੇ ਦਿਨ ਫਿਰ ਅਸੀਂ ਪਿੰਡ ਜਾਣਾ ਸੀ ਕਬਰ ਕਸ਼ਾਈ ਜੂ ਸੀ ਪਿੰਡ ਗਏ ਤੇ ਤੇ ਬਾਜੀ ਮੈਸੇਜ ਆਇਆ ਸੀ ਤੁਹਾਨੂੰ ਜਦੋਂ 26 ਅਗਸਤ ਨੂੰ ਪਹਿਲੇ ਕਬਰ ਕਸ਼ਾਈ ਡੇਟ ਮਿਲੀ ਨਾ 26 ਨੂੰ ਆਇਆ ਤੇ ਇੱਕ ਦਿਨ ਪਹਿਲੇ ਮੈਨੂੰ ਕਬਰ ਕਸ਼ਾਈ ਨਹੀਂ ਹੋਈ। ਹਾਂਜੀ 26 ਤਰੀਕ ਦੀ ਤੁਹਾਡੀ ਕਬਰ ਕਸ਼ਾਈ ਸੀ ਤੇ ਰਾਤ 25 ਤਰੀਕ ਨੂੰ ਮੈਨੂੰ ਤੁਹਾਨੂੰ ਆਇਆ, ਮੈਸੇਜ ਫਿਰ ਆਇਆ ਕਬਰ ਹੈ। ਕਸ਼ਾਈ ਪੋਸਟਪੋਨ ਹੋ ਗਈ ਹੈ। ਹਾਂ ਨਹੀਂ ਹੋਈ। ਫਿਰ ਅਸੀਂ ਜਸਟ ਨਹੀਂ ਨਾ ਸਾਡੀ ਕਬਰ ਕਸ਼ਾਈ ਹੋਈ ਤੇ ਅਸੀਂ ਬੈਠੇ ਇਹ ਸੋਚਿਆ ਕਿ ਪਤਾ ਨਹੀਂ ਸਾਡੀ ਭੈਣ ਤਰਫੋਂ ਕੋਈ ਇਸ਼ਾਰਾ ਆਇਆ ਕਿ ਸਾਡੀ ਕਬਰ ਕਸ਼ਾਈ ਨਹੀਂ ਹੋਈ ਤੇ ਅਸੀਂ ਆਸ ਛੋੜ ਦਿੱਤੀ ਸੀ ਕਿ ਖਤਮ ਕਰੋ ਕੇਸ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ। ਅੱਛਾ, ਤੁਸੀਂ ਸਮਝਦੇ ਹੋ ਕਿ ਸਮੀਆ ਲੋ ਆਇਆ ਸੀ? ਅਸੀਂ ਸਮਝਿਆ ਕਿ ਸਾਡੀ ਭੈਣ ਨੇ ਕੋਈ ਸਾਨੂੰ ਇਸ਼ਾਰਾ ਕਰਾਇਆ ਕਿ ਉਹਨੂੰ ਹਰੇਕ ਨੂੰ ਤਾਂ ਪਤਾ ਅੱਲਾ ਦੇ ਨੇਕ ਬੰਦੇ ਨੂੰ ਪਤਾ ਹੀ ਹੋਣਾ ਕਿ ਇਹ ਕੰਮ ਨਹੀਂ ਹੋਣਾ। ਜ਼ਾਰੀ ਗੱਲ ਕਬਰਕਸ਼ਾਈ ਨਹੀਂ ਹੋਈ, ਅਸੀਂ ਦਿਲ ਛੱਡ ਦਿੱਤਾ ਸੀ ਕਿ ਹੁਣ ਅਸੀਂ ਕੁਝ ਨਹੀਂ ਕਰਨਾ। ਫਿਰ ਬੈਠੇ ਇਹ ਸੋਚਿਆ ਕਿ ਕਬਰਕਸ਼ਾਈ ਵੱਲੋਂ ਇਸ਼ਾਰਾ ਮਿਲਿਆ ਕਿ ਹਰ ਹਾਰ ਕੇ ਬਾਅਦ ਇੱਕ ਜੀਤ, ਪਤਾ ਨਹੀਂ ਸਾਡੀ ਅੱਜ ਹਾਰ ਹੈ ਕੱਲ ਸਾਡੀ ਜੀਤ ਹੋ ਹੀ ਜਾਵੇ। ਫਿਰ ਸਾਨੂੰ ਥੋੜਾ ਹੌਸਲਾ ਆਇਆ ਹੈ। ਅਸੀਂ ਦੁਬਾਰਾ ਫਿਰ ਕਬਰਕਸ਼ਾਈ ਦਾ ਫਿਰ ਮੇਰੇ ਭਾਈ ਨੇ ਫਿਰ ਗਿਆ ਤੁਸੀਂ ਭੱਜੇ ਉਹਦੇ ਪਿੱਛੇ ਫਿਰ ਅਦਾਲਤਾਂ ਭੱਜੇ 'ਚ। ਆ ਤੇ ਫਿਰ ਸਾਡੀ ਕਬਰਕਸ਼ਾਈ ਹੋ ਗਈ। ਅੱਛਾ ਬਾਜੀ, ਜਦੋਂ ਹੁਣ ਦੁਬਾਰਾ ਕਬਰ ਕਸ਼ਾਈ ਹੋਈ ਹੈ, ਜਦੋਂ ਸੈਂਪਲ ਲਏ ਨੇ, ਕਿਸ ਚੀਜ਼ ਦੇ ਸੈਂਪਲ ਲਏ ਨੇ ਉਹਨੇ? ਸਾਨੂੰ ਭਾਈ ਨੇ ਦੱਸਿਆ, ਭਾਈ ਮੇਰਾ ਭਾਈ ਕੋਲ ਖੜਾ ਸੀ, ਕਹਿੰਦਾ ਸੀ 14 ਸੈਂਪਲ ਲਏ ਨੇ। ਵਾਲ ਕੱਟੇ ਨੇ, ਕੋਈ ਦਿਮਾਗ 'ਚ ਕੋਈ ਚੀਜ਼ ਲਈ ਏ, ਦਿਲ, ਘੁਟਨਿਆਂ 'ਚੋਂ, ਕੋਹਣੀਆਂ 'ਚ, ਕਿ ਇੰਜ ਦੀਆਂ ਸੈਂਪਲ ਲੈ ਗਏ। ਜਿਵੇਂ ਭਾਈ ਦੱਸਦਾ ਸੀ ਨਾ ਇਹ ਚੀਜ਼ਾਂ ਦੇ ਸੈਂਪਲ ਲੈ ਗਏ ਨੇ, ਸਾਡਾ ਦਿਲ ਫਟਦਾ ਸੀ ਕਿ ਇਹ ਚੀਜ਼ ਤੋਂ ਅਸੀਂ ਡਰ ਸਾਡੀ ਭੈਣ ਨੂੰ ਕਿਵੇਂ ਕੀ ਹੁੰਦਾ ਹੋਏਗਾ, ਤਕਲੀਫ ਹੁੰਦੀ ਹੋਏਗੀ ਸਾਡੀ ਭੈਣ ਨੂੰ। ਇੰਜ ਹੁੰਦੀ ਭਾਈ ਇੱਕ ਚੀਜ਼ ਅਸੀਂ ਬੜਾ ਪਰੇਸ਼ਾਨ ਆ। ਇਹ ਸੈਂਪਲ ਲੈ ਗਏ ਮੇਰੀ ਮੇਰੀ ਅੰਮੀ ਨਹੀਂ ਪਤਾ ਸੀ, ਸਾਨੂੰ ਨਹੀਂ ਸੀ ਪਤਾ। कब्र की तो कब्र तो हो गई है ना, सारे चले गए ने। मेरी मां बड़ी बीमार हो गई, मेरी अम्मी दे सिर नु कुछ होए, अम्मी मेरी घुटने, मेरी अम्मी हर हिस्सा पकड़े जितो जितो समियां दा हिस्सा निकालिया गया है। सानू चीज़ां नहीं सी पता। जिस टाइम रात नु मम्मी बड़े बीमार हो गए, डॉक्टर आया ते अम्मी दवाई वगैरह दित्ती ते मेरा भाई ना इमरान मेरा वीर टक्करा मारे दीवार नु कि की होया। भाई कहंदा तुहानू नहीं पता, ए अम्मी नु उत्थों तो तकलीफ उठ रही है जितो जितो समियां दे सैंपल लै गए ने, मैनू पता है। नाज़रीन, बड़ी अजीब सी बात है कि जहाँ जहाँ से मकतूला समिया के सैंपल लिए गए, उसी जगह पर वालदा के निशान बन गए, जिस्म के उन्हीं हिस्सों पर। वालदा पता चल गया सी। वालदा दी हुण कैसी कंडीशन है जिथे तुसीं कह रहे हो कि जख्म होए उस जगह ते? अम्मी ठीक ने, पर अम्मी नहीं कहते। अम्मी उथों तो हिस्से पकड़ते ने कि मेरा ए गया, मैनू इंज हो गया। ये साडे कोल बर्दाश्त नहीं हुंदा। तो ज़हनी तौर ते नहीं उन्होंने अपनी बेटी दे इसे तरह देखिया कि मरण तो बाद जिस्म कट के सैंपल लेने? ਉਹਨੇ ਕਿੱਥੇ ਉਹ ਦੇਖਣਾ ज़हन ते नहीं सवाल? ਉਹਨੇ ਨਹੀਂ ਦੇਖਿਆ। अच्छा ਅੱਗੇ ਕਿਉਂ ਨਹੀਂ ਕਿਹਾ ਮੇਰੀ ਮਾਂ ਨੇ ਇਹ ਚੀਜ਼। ਅੱਛਾ। ਵੈਸੇ ਰੋਂਦੇ ਸੀ, ਕਬਰ ਤੇ ਆਣ ਕੇ ਰੋਂਦੇ ਸੀ, ਲੇਟਦੇ ਸੀ, ਤਕਲੀਫ ਹੁੰਦੀ ਸੀ। ਇਹ ਗੱਲ ਮੇਰੀ ਅੰਮੀ ਨੇ ਨਹੀਂ ਕੀਤੀ ਕਿ ਮੈਨੂੰ ਇੱਥੋਂ ਤਕਲੀਫ ਹੁੰਦੀ ਹੈ, ਇੱਥੋਂ ਮੈਨੂੰ ਕੁਝ ਅੱਛਾ। ਹੋ ਗਿਆ। ਇਹ ਉਸ ਦਿਨ ਅੰਮੀ ਮੈਨੇ ਕਿਹਾ ਹੈ ਜਿਸ ਦਿਨ ਸਮੀਆਂ ਦੇ ਸੈਂਪਲ ਲੈ ਗਏ ਨੇ। सैंपल लेके जाने तो बाद ਉਸ ਦਿਨ ਅੰਮੀ ਮੇਰੀ ਕਹਿੰਦੀ ਸੀ ਕਿ ਮੈਨੂੰ ਇੱਥੋਂ ਕੁਝ ਹੋ ਗਿਆ। ਉੱਥੋਂ ਹਿੱਸੇ ਪਕੜਦੀ ਸੀ ਤੇ ਆਪਣੇ ਹਿੱਸੇ ਖਿੱਚਦੀ ਸੀ ਕਿ ਪੁੱਤਰ ਮੈਨੂੰ ਇੱਥੋਂ ਕੁਝ ਹੁੰਦਾ ਜੇ, ਤੇ ਰੋਂਦੀ ਸੀ ਚੀਖਾਂ ਮਾਰ ਮਾਰ ਕੇ। ਬਾਜੀ, ਜਿਹੜੀ ਕਬਰ ਚੋਂ ਮੈਸੇਜ ਵਾਲੀ ਗੱਲ ਏ, ਇਹ 'ਚ ਕੀ ਹਕੀਕਤ ਹੈ? ਕੀ ਭਾਈ ਦੱਸੀਏ, ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਕਿ ਸਾਡਾ ਤਾਂ ਇਹ ਹੀ ਹੈ ਕਿ ਜਿਸ ਤਰ੍ਹਾਂ क्योंकि ਮਰਜ਼ੀ कबर चो मैसेज आना एक कबर बड़ी कुबर अचंभे की गल है ना। ਕੋਈ ਕਬਰ ਕੁਬਰ ਚ ਮੈਸੇਜ ਨਹੀਂ ਦਾ। ਸਭ ਜੋ ਵੀ ਕਿਸੇ ਨੇ ਕੀਤਾ ਹੈ ਆਪਣੇ ਕੋਲੋਂ ਬਣਾਇਆ। ਸਿਰਫ ਅਸੀਂ ਆਪਣੇ ਦਿਲ ਦੀ ਗੱਲ ਦੱਸਨੇ ਆ ਕਿ ਪਤਾ ਨਹੀਂ ਸਾਡੀ ਭੈਣ ਇਨਸਾਫ ਮੰਗਦੀ, ਲੇਕਿਨ ਇਹ ਤਾਂ ਦੁਨੀਆ ਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿ ਮਰੇ ਮੈਸੇਜ ਫੋਨ ਨਹੀਂ ਚਲਾ ਸਕਦੇ। ਇਹ ਤੇ ਇੱਕ ਬੇਖੂਫਾਂ ਵਾਲੀ ਗੱਲ ਹੈ। ਤੁਸੀਂ ਇਹਨੂੰ ਮੌਜਜ਼ਾ ਸਮਝਦੇ ਹੋ? ਹਾਂਜੀ, ਅਸੀਂ ਆਪਣੀ ਤੁਹਾਨੂੰ ਗੱਲ ਦੱਸ ਰਹੇ ਹਾਂ ਕਿ ਅਸੀਂ ਇਕੱਲਾ ਮਨੋਂ ਇਸ਼ਾਰਾ ਸਮਝ ਰਹੇ ਹਾਂ ਕਿ ਅੱਲਾਹ ਤਾਲਾ ਸਾਨੂੰ ਇਸ਼ਾਰਾ ਕਰ ਰਿਹਾ ਹੈ ਕਿ ਹਾਰ ਨਾ ਮੰਨਿਆ ਜੇ। ਤੁਹਾਡੇ ਬੱਚੇ ਤੁਹਾਡੇ ਕੋਲੋਂ ਇਨਸਾਫ ਮੰਗਦੇ ਨੇ। ਮੁਹੰਮਦ ਸ਼ਰਾਫਤ ਵੀ ਇਨਸਾਫ ਮੰਗਦਾ ਹੈ। ਇਮਰਾਨ ਲਈ ਉਹਦਾ ਦੋਸਤ ਵੀ ਸੀ, ਭਾਈ ਵੀ ਸੀ, ਕਜ਼ਨ ਵੀ ਸੀ। ਇਮਰਾਨ ਨੂੰ ਮਿਲਦਾ ਉਹ ਹੀ ਕਹਿੰਦਾ ਕਿ ਯਾਰ ਮੇਰਾ ਭਾਈ ਕੋ ਨਹੀਂ, ਤੂੰ ਮੇਰਾ ਭਾਈ, ਮੇਰਾ ਇਨਸਾਫ ਲਓ। ਚੁੱਕੇ ਜਿਹੜੇ ਤੁਹਾਡੇ ਜਿਨ੍ਹਾਂ ਦੇ
ਤੁਹਾਨੂੰ ਸ਼ੱਕ ਹੈ ਕਿ ਸਾਡੇ ਮੁਲਜ਼ਮਾਨ ਨੇ ਸਾਡੀ ਭੈਣ ਨੂੰ ਕੋਈ ਚੀਜ਼ ਦੇ ਕੇ ਮਾਰੀ ਹੈ, ਉਹ ਵੀ ਚੁੱਕੇ ਤੋਂ ਤਾਂ ਬਿਲਕੁਲ ਤੁਹਾਡੇ ਹਮਸਾਏ ਨੇ, ਉਹਨਾਂ ਦਾ ਕੀ ਰੱਦੇ ਅਮਲ ਸੀ ਇਸ ਕਬਰ ਕਸ਼ਾਈ ਤੋਂ ਬਾਅਦ? ਉਹ ਪਹਿਲਾਂ ਵੀ ਸਾਨੂੰ ਧਮਕੀਆਂ ਲਾਉਂਦੇ ਸੀ, ਹੁਣ ਵੀ ਕਹਿੰਦੇ ਸਾਨੂੰ ਤੁਸੀਂ ਇੰਨਾ ਗੰਦਿਆਂ ਕਰਵਾਇਆ, ਜੇ ਤੁਹਾਡੇ ਕੁਛ ਨਾ ਰਿਪੋਰਟ ਚ ਨਿਕਲਿਆ ਤਾਂ ਅਸੀਂ ਤੁਹਾਨੂੰ ਪਿੰਡੋਂ ਕਢਵਾ ਦੇਣਾ, ਤੁਹਾਡਾ ਘਰ ਖਾਲੀ ਕਰਾ ਕੇ ਆਪਣੇ ਨਾਂ ਲਵਾ ਲੈਣਾ। ਹੁਣ ਇਹ ਧਮਕੀਆਂ ਲਾਉਂਦੇ ਨੇ ਕਿ ਅਸੀਂ ਤੁਹਾਨੂੰ ਪਿੰਡੋਂ ਕੱਢ ਦੇਣਾ। ਸਾਰੀ ਗੱਲ ਪੈਸੇ ਵਾਲੇ ਨੇ, ਖਰੇ ਕੱਢ ਸਕਦੇ ਨੇ, ਅੱਜ ਕੱਲ ਚੱਲਦਾ ਹੀ ਪੈਸਾ ਹੈ, ਤੇ ਕਹਿੰਦੇ ਪਿੰਡੋਂ ਕਢਵਾ ਦੇਣਾ ਹੈ। ਸਾਡੀ ਗਲਤੀ ਕੀ ਹੈ ਕਿ ਅਸੀਂ ਇਨਸਾਫ ਮੰਗਿਆ ਹੈ ਤਾਂ ਪਿੰਡੋਂ ਕੱਢ ਦੇਣਾ ਨੇ। ਤਾਂ ਬਾਜੀ ਤੁਹਾਡੇ ਮਾਮੇ ਇਹ ਵੀ ਕਹਿ ਰਹੇ ਨੇ, ਜਾਂ ਉਹਨਾਂ ਨੂੰ ਕੋਈ ਖਿਦਸ਼ਾ ਹੈ ਜਾਂ ਉਹਨਾਂ ਨੇ ਪਲਾਇਆ ਹੈ, ਤੇ ਹੁਣ ਅੱਲਾ ਬਿਹਤਰ ਜਾਣਦਾ ਹੈ, ਉਹ ਕਹਿੰਦੇ ਨੇ ਕਿ ਦੁੱਧ ਜਿਹੜਾ ਆਇਆ ਸੀ ਜਿਹਦੇ ਵਿੱਚ ਜ਼ਹਿਰ ਸੀ ਉਹ ਤੁਹਾਡੇ ਘਰੋਂ ਆਇਆ। ਹਾਂ, ਮੇਰਾ ਵੀ ਠੀਕ ਦੁੱਧ ਆਇਆ ਸਾਡੇ ਘਰੋਂ ਜ਼ਰੂਰ ਹੈ, ਪਰ ਜਿਹੜੀ ਸਾਡੀ ਭਾਬੀ ਉਹ ਸ਼ਰਾਫਤ ਦੀ ਭੈਣ ਹੈ, ਦੁੱਲੇ ਦੀ ਭੈਣ ਹੈ, ਉਹ ਸਾਡੀ ਭਾਬੀ ਹੈ। 10 ਸਾਲ ਪਹਿਲੇ ਉਹਦੀ ਸ਼ਾਦੀ ਹੋਈ ਸਾਡੇ ਘਰ। ਇਹਨਾਂ ਸ਼ਾਦੀ ਸਾਡੇ ਘਰ ਦੁੱਧ ਸੀ, ਬਰਾਤ ਆਈ ਸੀ, ਮਾਸ਼ਾਅੱਲਾ ਦੁੱਧ ਕਾਫੀ ਪਿਆ ਸੀ, ਦੇਗ ਭਰੀ ਦੁੱਧ ਦੀ ਸੀ। ਤੇ ਭਾਬੀ ਕਹਿੰਦੀ ਵੀ ਉਧਰ ਦੁੱਧ ਨਹੀਂ ਆਇਆ ਤੇ ਦੁੱਧ ਲਿਜਾਣਾ, ਤੇ ਉਸ ਘਰ ਦੀ ਬੇਟੀ ਸੀ ਨਾ ਭਾਬੀ, ਸਾਡੀ ਤਾਂ ਨੌ ਸੀ ਨਾ, ਬਹੂ ਭਾਬੀ ਸੀ ਨਾ, ਬੇਟੀ ਉਹਨਾਂ ਦੀ ਸੀ। ਬੇਟੀ ਉਹਨਾਂ ਦੀ ਸੀ ਨਾ। ਉਹਨੇ ਅਸੀਂ ਕਿਹਾ ਭਾਬੀ ਤੇਰਾ ਵੀ ਤਾਂ ਘਰ ਜਿੰਨਾ ਮਰਜ਼ੀ ਦੁੱਧ ਲਾਇਆ, ਬਰਾਤ ਚਲੀ ਗਈ, ਸਾਨੂੰ ਦੁੱਧ ਦੀ ਨਹੀਂ ਜ਼ਰੂਰਤ। ਉਹਨੇ ਵੱਡਾ ਭਾਂਡਾ ਪਕੜ ਕੇ ਭਰ ਕੇ ਲੈ ਗਈ ਹੈ। ਮੈਂ ਵੀ ਨਾਲ ਨਾਲ ਚਲੀ ਗਈ ਆ, ਪਕੜਿਆ ਉਹਨੇ ਆ, ਮੈਂ ਵੈਸੇ ਮੈਂ ਤੇ ਸਮਿਆਂ ਨੇ ਇੱਕ ਦਫਾ ਫਿਰ ਦੇਖ ਆਵਾਂਗੀ, ਤੇ ਮੈਂ ਚਲੀ ਗਈ ਆ। ਤੇ ਮੇਰੇ ਅੱਖਾਂ ਵੇਖਣ ਨਾਲ ਯਕੀਨ ਕਰੋ ਕਿ ਮੇਰੇ ਮਾਮੂ ਨੇ ਦੁੱਧ ਪਕੜਿਆ, ਉਹਨੇ ਤੰਦੀਆਂ ਬੇਟੀਆਂ ਨੇ ਛੋਟੀਆਂ ਦੋ, ਉਹਨੇ ਇੱਕ ਫੀਡਰ ਦਿੱਤਾ ਦੁੱਧ ਦਾ, ਉਹਨੇ ਖੁਦ ਵੀ ਗਲਾਸ ਭਰ ਕੇ ਨਾ ਪੀ ਲਿਆ ਹੈ। ਅੱਛਾ, ਇਹ ਉਹੀ ਦੁੱਧ ਹੈ ਜਿਹੜਾ ਸ਼ਰਾਫਤ ਔਰ ਸ਼ਹਜ਼ਾਦੀ ਨੇ ਉਹ ਕਹਿੰਦੇ ਨੇ ਪੀਤਾ ਹੈ, ਉਹਨਾਂ ਦੀਆਂ ਬੱਚੀਆਂ ਨੇ ਵੀ ਪੀਤਾ ਹੈ। ਹਾਂਜੀ, ਉਹ ਕਹਿੰਦਾ ਤੁਹਾਡੇ ਘਰੋਂ ਆਇਆ, ਸਾਨੂੰ ਇਹ ਧਮਕੀ ਲਾਉਂਦੇ ਨੇ ਦੁੱਧ ਤਾਂ ਤੁਹਾਡੇ ਘਰੋਂ ਆਇਆ। ਅਸੀਂ ਕਹਿੰਦੇ ਜੇ ਦੁੱਧ ਸਾਡੇ ਘਰੋਂ ਆਇਆ ਤੇ ਤੁਸੀਂ ਨਹੀਂ ਮਰੇ, ਤੇਰੀਆਂ 3 ਬੱਚੀਆਂ ਨਹੀਂ ਮਰੀਆਂ ਜਿਹਨੇ ਫੀਡਰ ਪੀਤਾ, ਤੇ ਮੇਰੀ ਭੈਣ ਸਮੀਆਂ ਨੇ ਕੁਝ ਹੋਣਾ ਸੀ, ਤੇਰੀਆਂ ਬੱਚੀਆਂ ਨੇ ਫੀਡਰ ਪੀਤਾ। ਸਾਰਾ ਉੱਥੇ ਸ਼ਾਦੀ ਦੇ ਲੋਕ ਸਭ ਨੇ ਵੇਖਿਆ ਕਿ ਦੁੱਧ 'ਚ ਫੀਡਰ, ਸਾਹਮਣੇ ਪਤੀਲੀ ਭਰ ਕੇ ਆਈ ਜੋ ਚੀਜ਼, ਬਰਤਨ ਭਰ ਕੇ। ਬੇਟੀਆਂ ਕਿਉਂ ਨਹੀਂ ਮਰੀਆਂ, ਖੁਦ ਮਾਮੂ ਕਿਉਂ ਨਹੀਂ ਮਰਿਆ, ਮੇਰੀ ਭੈਣ ਨੇ ਮਰਨਾ ਸੀ। ਉਹ ਦੁੱਧ ਸਾਰੇ ਨੇ ਦੁੱਧ ਪੀਤਾ ਹੈ। ਧਮਕੀ ਲਾਉਂਦੇ ਨੇ ਕਿ ਅਸੀਂ ਇਹਨਾਂ ਨੂੰ ਧਮਕੀ ਲਾਵਾਂਗੇ, ਦੁੱਧ ਤਾਂ ਤੁਹਾਡੇ ਘਰੋਂ ਆਇਆ ਤਾਂ ਅਸੀਂ ਤੁਹਾਡੀ ਰਿਪੋਰਟ ਕਰਵਾਣੇ, ਤੇ ਡਰ ਕੇ ਬੈਠ ਜਾਂਦੇ। ਪਰ ਸਾਨੂੰ ਤਾਂ ਪਤਾ ਹੈ ਨਾ ਕਿ ਅਸੀਂ, ਸਾਡੇ ਚ ਕੋਈ ਨਹੀਂ ਗੁਨਾਹ ਸੀ। ਆਦੀ ਭੈਣ, ਆਦੀ ਜਾਨ ਨੂੰ ਕਿਵੇਂ, ਅਸੀਂ ਆਪਣੀ ਜਾਨ ਕਿਵੇਂ ਕੱਢ ਸਕਨੇ ਆ? ਉਹ ਸਾਡੀ ਜਾਨ ਸੀ। ਸਾਨੂੰ ਧਮਕੀਆਂ ਲਾਉਂਦੇ ਨੇ ਕਿ ਅਸੀਂ ਇਹਨਾਂ ਨੂੰ ਧਮਕੀਆਂ ਨਾਲ ਡਰ ਜਾਵਾਂਗੇ। ਅਸੀਂ ਡਰਨਾ ਕਿਉਂ? ਅਸੀਂ ਕੋਈ ਕੁਝ ਕੀਤਾ ਤਾਂ ਅਸੀਂ ਡਰਾਂਗੇ ਨਾ। ਉਹ ਬੇਟੀਆਂ ਨੂੰ ਫੀਟਰ ਦਿੱਤਾ ਹੈ, ਉਹਦੀ ਬੀਵੀ ਨੇ ਫਿਰ ਕਾੜ ਕੇ ਤੇ ਦੁਲਹਨ ਤੇ ਦੁੱਲੇ ਨੂੰ ਦਿੱਤਾ ਹੈ, ਫਿਰ ਆਪਣੀ ਬੀਵੀ ਨੂੰ ਵੀ ਫੜਾਵੇ ਤੇ ਉਹ ਜਿਹੜੀ ਸ਼ਰਾਫਤ ਦੀ ਭੈਣ ਹੈ ਉਹਨੂੰ ਵੀ ਫੜਾਵੇ। ਇਹ ਸਭ ਕੁਝ ਉਹ ਨਾ ਆਪਣੇ ਆਪ ਨੂੰ ਬਚਾਉਣ ਵਾਸਤੇ ਕਰ ਰਿਹਾ ਹੈ। ਜ਼ਾਹਿਰੀ ਗੱਲ ਹੈ ਕਿ ਇਹ ਕੁਝ ਰਿਪੋਰਟ ਆਈ ਨਹੀਂ ਥੀ, ਤੇ ਪਹਿਲਾਂ ਹੀ ਉਹ ਕਹਿਣ ਚੋਰ ਜੂ ਨੇ, ਤੇ ਉਹ ਪਹਿਲਾਂ ਹੀ ਕਹਿਣ ਲੱਗ ਪਏ ਨੇ ਕਿ ਉਹ ਦੁੱਧ ਦੇ ਵਿੱਚ ਜ਼ਹਿਰ ਹੈਗਾ। ਫਿਰ ਉਹਦੀ ਬੀਵੀ ਨੇ ਹੀ ਪਾਇਆ, ਉਹ ਜਿਹੜਾ ਸਾਡਾ ਨਾਂ ਲੈ ਰਹੇ ਨੇ ਉਹਦੀ ਬੀਵੀ ਨੇ ਪਾਇਆ, ਖੁਦ ਨਹੀਂ ਮਰਿਆ, ਉਹਦੀਆਂ ਬੱਚੀਆਂ ਨਹੀਂ ਮਰੀਆਂ। ਕਿੰਨੇ ਲੋਕਾਂ ਨੇ ਬਾਜੀ ਦੁੱਧ ਪੀਤਾ ਸੀ? ਮਾਮੇ ਸਾਡੇ ਨੇ ਪੀਤਾ, ਸਾਡੇ ਵੱਡੇ ਮਾਮੇ ਨੇ ਪੀਤਾ, ਉਹਦਾ ਨਾਮ ਮਾਨਤ ਹੈ। ਇਹ ਛੋਟੇ ਮਾਮੇ ਨੇ ਪੀਤਾ, ਉਹਦਾ ਨਾਮ ਸਲਾਮਤ ਹੈ। ਇਹਦੀਆਂ 3 ਬੇਟੀਆਂ ਨੇ ਪੀਤਾ ਹੈ। ਇਹ ਵਾਵਾ ਲੋਕਾਂ ਨੇ, ਇਤਨਾ ਬੜਾ ਬਰਤਨ ਸੀ ਤੇ ਬੱਚਿਆਂ ਕੋਲ ਤਾਂ ਦੁੱਧ 1 ਗਲਾਸ ਗਿਆ ਕਿ ਜੋ ਰਸਮ ਕਰਦੇ ਨੇ ਦਰਵਾਜ਼ੇ ਵਿੱਚ ਖਿਲਾਰ ਕੇ, ਉਹ ਸਾਡੀ ਖਾਲਾ ਨੇ ਕੀਤੀ, ਸ਼ਰਾਫਤ ਦੀ ਅੰਮੀ ਨੇ ਵੀ ਨਹੀਂ ਕੀਤੀ, ਸਾਡੀ ਖਾਲਾ ਨੇ ਕੀਤੀ। ਤੇ ਉਹ ਤਾਂ ਬੱਚਿਆਂ ਨੇ ਪੀਤਾ ਵੀ ਨਹੀਂ, ਇੱਕ ਰਸਮ ਕਰਦੇ ਨੇ ਮੂੰਹ ਨਾਲ ਲਾਉਂਦੇ ਨੇ, ਤੇ ਉਹ ਤਾਂ ਬੱਚਾ ਪੀਤਾ ਵੀ ਨਹੀਂ, ਇਹਨਾਂ ਹੀ ਪੀਤਾ ਨੇ। ਇਹ ਨਹੀਂ ਮਰੇ ਤੇ ਉਹਨਾਂ ਹੀ ਮਰਨਾ ਸੀ। ਇੱਕ ਜਾਇਦਾਦ ਦੇ ਭੁੱਖੇ ਸੀ, ਉਹਨਾਂ ਦੀ ਉਂਝ ਹੀ ਜਾਨ ਬਸ਼ਕ ਦਿੰਦੇ, ਉਹਨਾਂ ਨੂੰ ਮਾਰਦੇ ਨਾ ਜਾਇਦਾਦ ਲੈ ਲੈਂਦੇ। ਜਿਹੜਾ ਤੁਹਾਡੇ ਘਰੋਂ ਦੁੱਧ ਗਿਆ ਇਹ ਕਿੰਨੇ ਵਜੇ ਗਿਆ? ਇਹ ਗਿਆ 9 ਵਜੇ, ਰੁਖਸਤੀ ਦੇ ਪਿੱਛੇ ਹੀ ਗਿਆ। ਭਾਈ ਦੱਸ ਤੋਂ ਰਹੀ ਹੈ ਨਾ, ਜਦੋਂ ਇਧਰ ਰੁਖਸਤੀ ਹੋਈ ਹੈ ਨਾ, ਤੇ ਜਿਹੜਾ ਦਰਵਾਜ਼ੇ ਵਿੱਚ ਖਿਲਾਰਦੇ ਨੇ, ਇੱਕ ਰਸਮ ਕਰਦੇ ਨੇ, ਮਾਵਾਂ ਗਲਾਸ ਚ ਪਾ ਕੇ ਰਸਮ ਕਰਦੇ ਨੇ ਕਿ ਕਮਰੇ ਚ ਨਹੀਂ ਵੜੀ। ਤੇ ਸਾਡੀ ਭਾਬੀ ਸ਼ਰਾਫਤ ਦੀ ਭੈਣ ਕਹਿੰਦੀ ਕਿ ਉਧਰ ਦੁੱਧ ਨਹੀਂ ਹੈਗਾ। ਵੇਖੋ ਘਰ ਵਿੱਚ ਨਹੁੰ ਆਂਦੀ ਪਈ, ਮਹਿਮਾਨ ਨੇ, ਤੁਸੀਂ ਦੁੱਧ ਵੀ ਨਹੀਂ ਲਿਆ ਕੇ ਰੱਖਿਆ। ਤੇ ਭਾਬੀ ਗਈ ਅੰਮੀ, ਮੇਰੀ ਅੰਮੀ ਨੂੰ ਕਹਿੰਦੀ ਫੁੱਫੋ ਦੁੱਧ ਆਪਣੇ ਘਰ ਦੇਗ ਭਰੀ ਗਈ। ਜੋ ਬਰਾਤ ਵਾਪਸ ਚਲੀ ਗਈ, ਫੁੱਫੋ ਆਪਣੇ ਘਰ ਨਾ ਦੇਗ ਦੁੱਧ ਦੀ ਭਰੀ ਪਈ, ਤੇ ਜੇ ਤੂੰ ਆਖੇ ਤੇ ਮੈਂ ਦੁੱਧ ਨਾ ਲੈ ਜਾ। ਤੇ ਉਹਨੇ ਆਖਿਆ, ਅੱਛਾ, ਜਿਹੜਾ ਕਹਿੰਦੇ ਨੇ ਕਿ ਦੁੱਧ ਤੁਹਾਡੇ ਘਰੋਂ ਆਇਆ ਉਹ ਦੇਗ ਭਰੀ ਹੋਈ ਸੀ? ਦੇਗ ਭਰੀ ਹੋਈ ਸੀ। ਬਰਾਤ ਨੂੰ ਦਿੱਤਾ ਨਾ ਦੁੱਧ, ਮਸਲਮ ਅਸੀਂ ਨਾ ਸਾਡੇ ਪਿੰਡਾਂ ਵਿੱਚ ਦਿੰਦੇ ਨੇ ਦੁੱਧ, ਬਦਾਮ ਨਾ ਇਹ ਦਿੰਦੇ ਨੇ ਖਾਣੇ ਤੋਂ ਬਾਅਦ। ਉਹਨੇ ਕਿਹਾ ਕਿ ਬੇਟਾ ਦੇਗ ਦੁੱਧ ਦੀ ਭਰੀ ਪਈ, ਤੇ ਜਿੰਨਾ ਲਿਆਣਾ ਹੀ ਤੂੰ ਲੈ ਜਾ। ਭਾਬੀ ਨੇ ਨਾ ਵਾਵਾ 5-6 ਕਿਲੋ ਦਾ ਬਰਤਨ ਸੀ ਜਿਹੜਾ ਭਰ ਲਿਆ, ਸ਼ਰਾਫਤ ਦੀ ਭੈਣ ਨੇ ਉਹਨੇ ਭਰ ਲਿਆ ਸੀ। ਤੇ ਅਸੀਂ ਤਾਂ ਉਧਰ ਸਮੀਆਂ ਦੇ ਕੋਲ ਸਾਂ, ਸ਼ਰਾਫਤ ਦੇ ਜਿਸ ਤਰ੍ਹਾਂ ਰੁਖਸਤੀ ਹੋਈ ਅਸੀਂ ਪਿੱਛੇ ਹੀ ਲੰਘੀਆਂ ਗਈਆਂ। ਪਹਿਲਾਂ ਮਾਮੂ ਕਹਿੰਦਾ ਕਿ ਇਹਨਾਂ ਨੂੰ ਫੇਰ ਦਿਆ ਜੇ, ਪਹਿਲਾਂ ਮੈਨੂੰ ਫੜਾਓ ਰਾ ਦੁੱਧ, ਮੈਨੂੰ ਨਾ ਜਲਨ ਹੋ ਰਹੀ ਹੈ ਸੀਨੇ ਤੇ। ਉਹਨੇ ਉੱਥੇ ਨਾ ਉਸ ਤਰ੍ਹਾਂ ਹੀ ਜੱਗ ਪਹਿਲਾਂ ਮੂੰਹ ਨਾਲ ਲਾਵਣ ਲੱਗਾ, ਤੇ ਮੇਰੀ ਖਾਲਾ ਬੋਲੀ, ਕਹਿੰਦੀ ਜੱਗ ਨਾ ਮੂੰਹ ਨਾਲ ਲਾਵੀਂ, ਉੱਥੋਂ ਗਲਾਸ ਫੜ। ਉਹਦੀ ਬੀਵੀ ਉੱਠੀ, ਉਹਨੇ ਗਲਾਸ ਫੜਾਇਆ, ਮੇਰੇ ਮਾਮੂ ਨੇ ਗਲਾਸ ਪੀਤਾ, ਇੱਕ ਮੇਰੇ ਵੱਡੇ ਮਾਮੂ ਨੇ ਗਲਾਸ ਪੀਤਾ। ਫਿਰ ਉਹਨਾਂ ਦੀਆਂ ਛੋਟੀਆਂ ਬੱਚੀਆਂ ਨੇ, ਛੋਟੀਆਂ ਨੇ, ਤੇ ਉਹ ਫੀਟਰ ਪੀਂਦੀਆਂ ਨੇ। 3 ਨੂੰ ਫੀਟਰ ਭਰ ਕੇ ਦਿੱਤੇ ਸੂ।
ਤੇ ਅਸੀਂ ਸਾਰੇ ਮਹਿਮਾਨ ਵੀ ਬੈਠੇ ਨੇ, ਇਹ ਨਹੀਂ ਕਿ ਕਮਰੇ ਕੁਮਰੇ ਚ ਲਿਆ ਕੇ। ਫਿਰ ਉਹ ਛੋਟਾ ਮਾਮਾ ਆਪਣੀ ਬੀਵੀ ਨੂੰ ਕਹਿੰਦਾ ਹੈ ਕਿ ਇਹ ਦੁੱਧ ਫੜ ਤੇ ਬਾਜੀ ਸਕੀਨਾ ਨੂੰ ਪਾ ਕੇ ਦੇ, ਤੇ ਬੱਚੇ ਵੀ ਆ ਗਏ ਨੇ ਤੇ ਉਹਨਾਂ ਰਸਮ ਕਰਨੀ। अच्छा ताड़ा दूध गया है 9 बजे जी देख चो जी और मौत कितने बजे हुई है? ਮੌਤ ਹੁੰਦੀ ਪਈ ਹੈ 2:30 2:30 ਤੇ ਇਹ ਪਈ ਹੁੰਦੀ, ਤੇ 4 ਵਜੇ ਜਾ ਕੇ 4:30 ਅਸੀਂ ਕਮਰੇ ਚੋਂ ਕੱਢੇ ਨੇ, ਤੇ ਡਾਕਟਰਾਂ ਨੇ ਆਖਿਆ ਇਹ ਪੂਰੇ 4 ਵਜੇ ਫੌਤ ਹੋ गए ਨੇ। वजह तनाजा शराफत को विरासत में मिलने वाली वो जायदाद थी जिस पर उसकी स्टेप मॉम और मामू की नजर थी। यही वजह बनी शराफत और समिया के मर्डर की। अभी कब्र कशाई हुई है, रिपोर्ट आनी है, क्या तहकीकात होती है, क्या मामलात बनते हैं, इस बारे मजीद आपको अपडेट करेंगे। कमेंट बॉक्स में अपनी राय का इजहार जरूर कीजिएगा। इसी के साथ इजाजत दीजिए। अल्लाह हाफिज।